ਇਹ ਕਹਾਣੀ ਮੇਰੀ ਆਪ ਬੀਤੀ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ। ਇਹ ਇੱਕ ਪਤਨੀ ਦੇ ਉਹਨਾਂ ਖੌਫਨਾਕ 18 ਦਿਨਾਂ ਦੀ ਕਹਾਣੀ ਹੈ, ਜਿਸ ਬਾਰੇ ਕੋਈ ਸੁਪਨੇ ਵਿੱਚ ਵੀ ਸੋਚਣਾ ਨਹੀਂ ਚਾਹੇਗਾ। ਮੇਰਾ ਨਾਂ ਰੀਨਾ ਹੈ। ਮੇਰੀ ਉਮਰ 25 ਸਾਲ ਹੈ। ਮੈਂ ਚੰਡੀਗੜ੍ਹ ਸ਼ਹਿਰ ਦੀ ਰਹਿਣ ਵਾਲੀ ਹਾਂ। ਮੇਰਾ ਅਤੇ ਅਮਿਤ ਦਾ ਵਿਆਹ 6 ਮਹੀਨੇ ਪਹਿਲਾਂ ਹੀ ਹੋਇਆ ਸੀ। ਸਾਡੀ ਲਵ ਮੈਰਿਜ ਸੀ। ਅਸੀਂ ਦੋਵੇਂ ਇੱਕ ਕਾਲਜ ਵਿੱਚ ਇਕੱਠੇ ਪੜ੍ਹਦੇ ਸੀ। ਅਮਿਤ ਮੁੰਬਈ ਵਿੱਚ ਹੀ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਨੌਕਰੀ ਕਰਦਾ ਸੀ। ਇਸ ਲਈ ਵਿਆਹ ਤੋਂ ਬਾਅਦ ਉਸਨੇ ਮੈਨੂੰ ਵੀ ਉੱਥੇ ਹੀ ਬੁਲਾ ਲਿਆ। ਮੇਰੇ ਬਾਕੀ ਸਹੁਰੇ ਪਰਿਵਾਰ ਵਾਲੇ ਚੰਡੀਗੜ੍ਹ ਵਿੱਚ ਹੀ ਰਹਿੰਦੇ ਸਨ। ਮੈਂ ਬਹੁਤ ਖੁਸ਼ ਸੀ, ਕਿਉਂਕਿ ਹੁਣ ਮੈਂ ਆਪਣੇ ਪਤੀ ਕੋਲ ਰਹਿਣ ਲਈ ਜਾ ਰਹੀ ਸੀ। ਅਮਿਤ ਨੇ ਕਿਹਾ ਕਿ ਉਹ ਮੁੰਬਈ ਘੁਮਾਏਗਾ, ਇਸ ਲਈ ਮੈਂ ਹੋਰ ਵੀ ਜ਼ਿਆਦਾ ਐਕਸਾਈਟਡ ਸੀ। 15 ਜੁਲਾਈ 2013 ਨੂੰ ਮੈਂ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਟ੍ਰੇਨ ਵਿੱਚ ਬੈਠਦੀ ਹਾਂ। ਮੇਰਾ ਰਿਜ਼ਰਵੇਸ਼ਨ ਪਹਿਲਾਂ ਹੀ ਹੋ ਚੁੱਕਿਆ ਸੀ। ਟ੍ਰੇਨ ਆਪਣੇ ਮਿੱਥੇ ਸਮੇਂ 'ਤੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਜਾਂਦੀ ਹੈ। ਮੈਂ ਆਪਣੀ ਸੀਟ 'ਤੇ ਬੈਠਦੇ ਹੀ ਆਪਣੇ ਖਿਆਲਾਂ ਵਿੱਚ ਗੁੰਮ ਹੋ ਗਈ। ਮੈਂ ਸੁਪਨਿਆਂ ਦੇ ਸ਼ਹਿਰ ਮੁੰਬਈ ਜਾਣ ਲਈ ਬਹੁਤ ਉਤਸ਼ਾਹਿਤ ਹੋ ਰਹੀ ਸੀ। ਮੈਂ ਸੋਚ ਰਹੀ ਸੀ ਕਿ ਮੈਂ ਅਤੇ ਅਮਿਤ ਜੂਹੂ ਬੀਚ 'ਤੇ ਘੁੰਮਣ ਜਾਵਾਂਗੇ। ਉੱਥੋਂ ਦੀਆਂ ਫੇਮਸ ਜਗ੍ਹਾ ਦੇਖਾਂਗੇ, ਮਸਤੀ ਕਰਾਂਗੇ। ਬਸ ਇਹੀ ਸੋਚ ਕੇ ਮੈਂ ਆਪਣੇ ਆਪ ਨਾਲ ਹੀ ਮੁਸਕਰਾਉਂਦੀ ਜਾ ਰਹੀ ਸੀ। ਮੇਰੀ ਬਰਥ ਵਿੱਚ 2 ਹੋਰ ਆਦਮੀ ਵੀ ਬੈਠੇ ਸਨ। ਉਹਨਾਂ ਦਾ ਵੀ ਰਿਜ਼ਰਵੇਸ਼ਨ ਸੀ। ਆਮ ਤੌਰ 'ਤੇ ਰੇਲਵੇ ਦੇ ਸਫ਼ਰ ਵਿੱਚ ਜਦੋਂ ਅਸੀਂ ਬੈਠਦੇ ਹਾਂ ਤਾਂ ਨਾਲ ਦੇ ਲੋਕਾਂ ਨਾਲ ਘੱਟ ਹੀ ਗੱਲਬਾਤ ਹੁੰਦੀ ਹੈ, ਕਿਉਂਕਿ ਸਭ ਅਜਨਬੀ ਹੁੰਦੇ ਹਨ ਅਤੇ ਜੇਕਰ ਕੋਈ ਸਾਡੇ ਨਾਲ ਹੋਵੇ ਤਾਂ ਬਸ ਉਸ ਨਾਲ ਹੀ ਗੱਪਾਂ ਮਾਰਦੇ ਰਹਿੰਦੇ ਹਾਂ। ਜਦੋਂ ਟ੍ਰੇਨ ਚੱਲੀ ਤਾਂ ਮੈਂ ਬਸ ਆਪਣੇ ਹੀ ਖਿਆਲਾਂ ਵਿੱਚ ਗੁੰਮ ਸੀ। ਫਿਰ ਥੋੜ੍ਹੀ ਦੇਰ ਬਾਅਦ ਮੈਂ ਆਪਣੇ ਪਤੀ ਅਤੇ ਘਰ ਵਾਲਿਆਂ ਨਾਲ ਫ਼ੋਨ 'ਤੇ ਗੱਲਬਾਤ ਕੀਤੀ। ਕੁਝ ਘੰਟੇ ਬੀਤਣ ਤੋਂ ਬਾਅਦ ਮੇਰੇ ਸਾਹਮਣੇ ਬੈਠੇ ਦੋਵੇਂ ਆਦਮੀਆਂ ਨਾਲ ਮੇਰੀ ਗੱਲਬਾਤ ਸ਼ੁਰੂ ਹੁੰਦੀ ਹੈ। ਸਾਡੀ ਸ਼ੁਰੂਆਤ ਹਾਏ ਹੈਲੋ ਤੋਂ ਹੁੰਦੀ ਹੈ। ਮੈਂ ਸੋਚਿਆ ਸਫ਼ਰ ਲੰਬਾ ਹੈ, ਥੋੜ੍ਹੀ ਗੱਲਬਾਤ ਹੀ ਕਰ ਲੈਂਦੇ ਹਾਂ। ਬਹੁਤ ਸਮਾਂ ਹੋ ਚੁੱਕਿਆ ਸੀ। ਚੰਡੀਗੜ੍ਹ ਦੂਰ ਰਹਿ ਗਿਆ ਸੀ ਅਤੇ ਮੁੰਬਈ ਨੇੜੇ ਆਉਂਦਾ ਜਾ ਰਿਹਾ ਸੀ। ਮੈਂ ਉਹਨਾਂ ਦੋਵਾਂ ਅਜਨਬੀਆਂ ਨਾਲ ਗੱਲਾਂ ਬਾਤਾਂ ਵਿੱਚ ਪੂਰੀ ਤਰ੍ਹਾਂ ਰੁੱਝ ਚੁੱਕੀ ਸੀ। ਅਸੀਂ ਲਗਾਤਾਰ ਗੱਲਾਂ ਕਰਦੇ ਜਾ ਰਹੇ ਸੀ ਅਤੇ ਸਫ਼ਰ ਵੀ ਘਟਦਾ ਜਾ ਰਿਹਾ ਸੀ। ਮੁੰਬਈ ਬਸ ਹੁਣ ਥੋੜ੍ਹੀ ਦੂਰੀ 'ਤੇ ਹੀ ਰਹਿ ਗਿਆ ਸੀ। ਮੇਰੇ ਨਾਲ ਬੈਠੇ ਉਹਨਾਂ ਦੋਵਾਂ ਅਜਨਬੀਆਂ ਨੇ ਮੈਨੂੰ ਚਾਹ ਆਫਰ ਕੀਤੀ ਤਾਂ ਮੈਂ ਮਨਾ ਕਰ ਦਿੱਤਾ, ਪਰ ਉਹਨਾਂ ਦੇ ਜ਼ਿਆਦਾ ਜ਼ੋਰ ਦੇਣ 'ਤੇ ਮੈਂ ਚਾਹ ਲੈ ਕੇ ਪੀ ਲਈ। ਚਾਹ ਪੀਣ ਤੋਂ ਬਾਅਦ ਮੈਨੂੰ ਇੰਜ ਲੱਗਿਆ ਜਿਵੇਂ ਮੈਨੂੰ ਨੀਂਦ ਆ ਰਹੀ ਹੈ ਅਤੇ ਫਿਰ ਮੈਨੂੰ ਕਦੋਂ ਗੂੜ੍ਹੀ ਨੀਂਦ ਆ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ। ਕੁਝ ਘੰਟਿਆਂ ਬਾਅਦ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਉਦੋਂ ਵੀ ਮੈਂ ਬੇਹੋਸ਼ੀ ਦੀ ਹਾਲਤ ਵਿੱਚ ਹੀ ਸੀ। ਮੈਨੂੰ ਪੂਰੀ ਤਰ੍ਹਾਂ ਹੋਸ਼ ਨਹੀਂ ਆਇਆ ਸੀ, ਪਰ ਮੈਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਮੈਂ ਟ੍ਰੇਨ ਵਿੱਚ ਨਹੀਂ ਬਲਕਿ ਕਿਸੇ ਕਾਰ ਵਿੱਚ ਹਾਂ। ਮੈਂ ਕਿਸੇ ਤਰ੍ਹਾਂ ਆਪਣੇ ਹੋਸ਼ ਸੰਭਾਲਦੇ ਹੋਏ ਆਸੇ-ਪਾਸੇ ਦੇਖਿਆ ਤਾਂ ਮੈਂ ਸੱਚਮੁੱਚ ਹੀ ਕਾਰ ਵਿੱਚ ਸੀ ਅਤੇ ਉਹ ਦੋਵੇਂ ਅਜਨਬੀ ਵੀ ਮੇਰੇ ਨਾਲ ਹੀ ਕਾਰ ਵਿੱਚ ਮੌਜੂਦ ਸਨ। ਮੈਂ ਕੁਝ ਕਹਿਣਾ ਚਾਹੁੰਦੀ ਸੀ, ਵਿਰੋਧ ਕਰਨਾ ਚਾਹੁੰਦੀ ਸੀ, ਪਰ ਮੈਥੋਂ ਕੁਝ ਬੋਲਿਆ ਹੀ ਨਹੀਂ ਜਾ ਰਿਹਾ ਸੀ। ਪਰ ਮੇਰਾ ਦਿਮਾਗ ਕੰਮ ਕਰ ਰਿਹਾ ਸੀ ਅਤੇ ਮੈਂ ਸਮਝ ਚੁੱਕੀ ਸੀ ਕਿ ਮੈਂ ਕਿਸੇ ਮੁਸੀਬਤ ਵਿੱਚ ਫਸ ਚੁੱਕੀ ਹਾਂ। ਮੈਨੂੰ ਕੁਝ ਨਹੀਂ ਪਤਾ ਸੀ ਕਿ ਮੈਂ ਕਿੱਥੇ ਹਾਂ, ਕਿਉਂ ਹਾਂ ਅਤੇ ਇਹ ਲੋਕ ਮੈਨੂੰ ਕਿੱਥੇ ਲੈ ਕੇ ਜਾ ਰਹੇ ਹਨ। ਥੋੜ੍ਹੀ ਦੇਰ ਬਾਅਦ ਮੈਨੂੰ ਚੰਗੀ ਤਰ੍ਹਾਂ ਹੋਸ਼ ਆਉਂਦਾ ਹੈ ਅਤੇ ਮੈਂ ਬੋਲਣ ਦੀ ਹਾਲਤ ਵਿੱਚ ਹੋ ਜਾਂਦੀ ਹਾਂ ਅਤੇ ਕਹਿੰਦੀ ਹਾਂ, ਮੈਨੂੰ ਛੱਡ ਦਿਓ ਪਲੀਜ਼, ਮੈਨੂੰ ਜਾਣ ਦਿਓ। ਉਹ ਦੋਵੇਂ ਅਜਨਬੀ ਮੁਸਾਫਿਰ ਪਹਿਲੀ ਵਾਰ ਆਪਣਾ ਅਸਲੀ ਰੰਗ ਦਿਖਾਉਂਦੇ ਹਨ ਅਤੇ ਮੈਨੂੰ ਕਹਿੰਦੇ ਹਨ, ਜੇਕਰ ਤੂੰ ਰੌਲਾ ਪਾਇਆ ਤਾਂ ਤੈਨੂੰ ਜਾਨੋਂ ਮਾਰ ਦਿਆਂਗੇ। ਕਾਰ ਦਾ ਡਰਾਈਵਰ ਵੀ ਸ਼ਾਇਦ ਉਹਨਾਂ ਨਾਲ ਹੀ ਮਿਲਿਆ ਹੋਇਆ ਸੀ। ਇਸ ਤੋਂ ਬਾਅਦ ਮੈਂ ਡਰਦੇ ਮਾਰੇ ਚੁੱਪ ਹੋ ਜਾਂਦੀ ਹਾਂ। ਫਿਰ ਥੋੜ੍ਹੀ ਦੇਰ ਬਾਅਦ ਇੱਕ ਜਗ੍ਹਾ ਉਹ ਕਾਰ ਰੁਕਦੀ ਹੈ ਅਤੇ ਉਹ ਦੋਵੇਂ ਆਦਮੀ ਮੈਨੂੰ ਲੈ ਕੇ ਇੱਕ ਘਰ ਅੰਦਰ ਦਾਖਲ ਹੁੰਦੇ ਹਨ। ਘਰ ਦੇ ਅੰਦਰ ਦਾਖਲ ਹੋਣ ਤੋਂ ਬਾਅਦ ਉੱਥੋਂ ਦਾ ਮਾਹੌਲ ਦੇਖ ਕੇ ਮੈਂ ਸਮਝ ਚੁੱਕੀ ਸੀ ਕਿ ਮੈਂ ਕਿੱਥੇ ਪਹੁੰਚ ਗਈ ਹਾਂ। ਅਸਲ ਵਿੱਚ ਉਹਨਾਂ ਦੋਵੇਂ ਅਜਨਬੀ ਆਦਮੀਆਂ ਨੇ ਮੈਨੂੰ ਟ੍ਰੇਨ ਵਿੱਚ ਜੋ ਚਾਹ ਪਿਲਾਈ ਸੀ ਉਸ ਵਿੱਚ ਬੇਹੋਸ਼ੀ ਦੀ ਦਵਾਈ ਮਿਲੀ ਹੋਈ ਸੀ, ਜਿਸ ਕਰਕੇ ਮੈਂ ਬੇਹੋਸ਼ ਹੋ ਗਈ ਸੀ ਅਤੇ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਉਹ ਦੋਵੇਂ ਮੈਨੂੰ ਇਸ ਤਰ੍ਹਾਂ ਟ੍ਰੇਨ ਤੋਂ ਬਾਹਰ ਲੈ ਕੇ ਆਉਂਦੇ ਹਨ ਤਾਂ ਜੋ ਦੇਖਣ ਵਾਲਿਆਂ ਨੂੰ ਲੱਗੇ ਕਿ ਅਸੀਂ ਇਕੱਠੇ ਹਾਂ ਅਤੇ ਮੈਂ ਕੁਝ ਬਿਮਾਰ ਹਾਂ। ਸਟੇਸ਼ਨ ਦੇ ਬਾਹਰ ਪਹਿਲਾਂ ਤੋਂ ਹੀ ਇਹ ਡਰਾਈਵਰ ਗੱਡੀ ਨਾਲ ਮੌਜੂਦ ਸੀ। ਜਿਸ ਇਲਾਕੇ ਵਿੱਚੋਂ ਮੈਨੂੰ ਲੈ ਕੇ ਆਏ ਸਨ ਉਹ ਮੁੰਬਈ ਦਾ ਰੈੱਡ ਲਾਈਟ ਏਰੀਆ ਸੀ। ਉਹ ਦੋਵੇਂ ਆਦਮੀ ਮੈਨੂੰ ਇੱਕ ਔਰਤ ਦੇ ਹਵਾਲੇ ਕਰਕੇ ਉੱਥੋਂ ਚਲੇ ਜਾਂਦੇ ਹਨ
ਉਸ ਔਰਤ ਨੇ ਉਹਨਾਂ ਨੂੰ ਮੇਰੇ ਬਦਲੇ 50,000 ਰੁਪਏ ਦਿੱਤੇ। ਉਹ ਔਰਤ ਉਸ ਕੋਠੇ ਦੀ ਮਾਲਕਣ ਸੀ। ਦੇਖਦੇ ਹੀ ਦੇਖਦੇ ਮੈਂ ਆਪਣੀਆਂ ਅੱਖਾਂ ਸਾਹਮਣੇ 50,000 ਰੁਪਏ ਵਿੱਚ ਵਿਕ ਚੁੱਕੀ ਸੀ ਅਤੇ ਇਹ ਮੰਜ਼ਰ ਮੇਰੇ ਲਈ ਮੇਰੀ ਮੌਤ ਦੇ ਬਰਾਬਰ ਸੀ। ਉਹ ਦੋਵੇਂ ਆਦਮੀ ਦਲਾਲ ਸਨ ਜੋ ਕਿ ਰੇਲਵੇ ਸਟੇਸ਼ਨ, ਬੱਸ ਅੱਡੇ ਆਦਿ ਵਰਗੀਆਂ ਥਾਵਾਂ 'ਤੇ ਘੁੰਮਦੇ ਰਹਿੰਦੇ ਸਨ ਅਤੇ ਮੇਰੇ ਵਰਗੀਆਂ ਇਕੱਲੀਆਂ ਔਰਤਾਂ ਅਤੇ ਕੁੜੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਉਹਨਾਂ ਨੂੰ ਗੱਲਾਂ ਬਾਤਾਂ ਵਿੱਚ ਉਲਝਾ ਕੇ ਦੋਸਤੀ ਕਰ ਲੈਂਦੇ ਸਨ ਅਤੇ ਧੋਖੇ ਨਾਲ ਲਿਆ ਕੇ ਰੈੱਡ ਲਾਈਟ ਏਰੀਏ ਵਿੱਚ ਵੇਚ ਦਿੰਦੇ ਸਨ। ਮੇਰੇ ਕੋਲੋਂ ਮੇਰਾ ਮੋਬਾਈਲ ਅਤੇ ਹੋਰ ਸਮਾਨ ਪਹਿਲਾਂ ਹੀ ਖੋਹ ਲਿਆ ਗਿਆ ਸੀ। ਮੈਂ ਬਹੁਤ ਰੋਈ ਅਤੇ ਉਹਨਾਂ ਦੀਆਂ ਮਿੰਨਤਾਂ ਕੀਤੀਆਂ, ਪਰ ਕਿਸੇ ਨੇ ਮੇਰੀ ਇੱਕ ਨਾ ਸੁਣੀ, ਬਲਕਿ ਮੈਨੂੰ ਕਹਿਣ ਲੱਗੇ, ਇੱਥੋਂ ਨਿਕਲਣਾ ਮੁਮਕਿਨ ਨਹੀਂ ਹੈ। ਤੈਨੂੰ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਉਸੇ ਤਰ੍ਹਾਂ ਕਰ। ਤੈਨੂੰ ਜਿਸਮ ਫਰੋਸ਼ੀ ਦੇ ਧੰਦੇ ਵਿੱਚ ਉਤਰਨਾ ਹੀ ਪਵੇਗਾ, ਨਹੀਂ ਤਾਂ ਤੈਨੂੰ ਮਾਰਿਆ ਕੁੱਟਿਆ ਜਾਵੇਗਾ। ਪਰ ਮੈਂ ਆਪਣੀ ਜਿੱਦ 'ਤੇ ਅੜੀ ਰਹੀ ਕਿ ਮਰ ਜਾਵਾਂਗੀ ਪਰ ਇਹ ਕੰਮ ਕਦੇ ਨਹੀਂ ਕਰਾਂਗੀ। ਮੈਨੂੰ ਮਾਰਿਆ ਕੁੱਟਿਆ ਗਿਆ, ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਮੇਰੇ ਕਮਰੇ ਅੱਗੇ ਜ਼ਬਰਦਸਤ ਨਿਗਰਾਨੀ ਕੀਤੀ ਜਾਂਦੀ ਸੀ। ਦਿਨ ਇਸੇ ਤਰ੍ਹਾਂ ਲੰਘਦੇ ਜਾ ਰਹੇ ਸਨ। ਦੂਜੇ ਪਾਸੇ ਅਮਿਤ ਵੀ ਮੈਨੂੰ ਲੈਣ ਲਈ ਸਟੇਸ਼ਨ ਗਿਆ ਸੀ। ਉਸ ਨੂੰ ਪਤਾ ਸੀ ਕਿ ਮੇਰੀ ਟ੍ਰੇਨ ਪਹੁੰਚਣ ਵਾਲੀ ਹੈ। ਜਦੋਂ ਉਸਨੇ ਦੇਖਿਆ ਕਿ ਸਭ ਮੁਸਾਫਿਰ ਉਤਰ ਚੁੱਕੇ ਹਨ ਪਰ ਮੈਂ ਨਹੀਂ ਉਤਰੀ ਤਾਂ ਉਹ ਪਰੇਸ਼ਾਨ ਹੋ ਗਿਆ। ਉਸਨੇ ਮੇਰੇ ਮੋਬਾਈਲ 'ਤੇ ਕਾਲ ਕੀਤੀ ਪਰ ਮੇਰਾ ਫੋਨ ਸਵਿਚ ਆਫ ਆ ਰਿਹਾ ਸੀ। ਉਸਨੇ ਘਰ ਵਾਲਿਆਂ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਰੀਨਾ ਨੂੰ ਆਪ ਟ੍ਰੇਨ ਵਿੱਚ ਬਿਠਾ ਕੇ ਰਵਾਨਾ ਕੀਤਾ ਹੈ। ਇਹ ਸੁਣ ਕੇ ਅਮਿਤ ਹੋਰ ਵੀ ਘਬਰਾ ਗਿਆ ਅਤੇ ਉਸਨੇ ਹਰ ਪਾਸੇ ਮੇਰੇ ਬਾਰੇ ਪੁੱਛ ਪੜਤਾਲ ਕੀਤੀ, ਪਰ ਮੇਰਾ ਕੋਈ ਸੁਰਾਗ ਹੱਥ ਨਾ ਲੱਗਿਆ। ਤਾਂ ਅਗਲੇ ਦਿਨ ਥੱਕ ਹਾਰ ਕੇ ਉਸਨੇ ਮੁੰਬਈ ਪੁਲਿਸ ਵਿੱਚ ਮੇਰੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾ ਦਿੱਤੀ। ਰੇਲਵੇ ਪੁਲਿਸ ਵੀ ਆਪਣਾ ਕੰਮ ਕਰਦੀ ਰਹੀ। ਮੇਰੇ ਬਾਰੇ ਹਰ ਪਾਸੇ ਪੁੱਛ-ਗਿੱਛ ਕੀਤੀ ਜਾਂਦੀ ਹੈ, ਪਰ ਕਿਸੇ ਦੇ ਹੱਥ ਕੋਈ ਸੁਰਾਗ ਨਹੀਂ ਲੱਗਦਾ। ਹੌਲੀ-ਹੌਲੀ ਸਮਾਂ ਲੰਘਦਾ ਜਾ ਰਿਹਾ ਸੀ। ਮੇਰੇ ਉੱਪਰ ਲਗਾਤਾਰ ਜ਼ੁਲਮ ਕੀਤੇ ਜਾ ਰਹੇ ਸਨ। ਮੈਨੂੰ ਜਿਸਮ ਫਰੋਸ਼ੀ ਦੇ ਧੰਦੇ ਵਿੱਚ ਆਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਹ ਸਭ ਕੁਝ ਹੁੰਦੇ ਕਰੀਬ 16 ਦਿਨ ਬੀਤ ਜਾਂਦੇ ਹਨ। ਉਸ ਕੋਠੇ ਦੀ ਮਾਲਕਣ ਵੱਲੋਂ ਜਿੰਨੇ ਜ਼ੁਲਮ ਕੀਤੇ ਜਾ ਸਕਦੇ ਸਨ ਉਸਨੇ ਮੇਰੇ ਉੱਪਰ ਸਭ ਕੀਤੇ। ਮੈਨੂੰ ਭੁੱਖਾ ਰੱਖਿਆ ਗਿਆ, ਮਾਰਿਆ ਕੁੱਟਿਆ ਗਿਆ। 16ਵੇਂ ਦਿਨ ਉਸ ਕੋਠੇ ਦੀ ਮਾਲਕਣ ਕੁਝ ਕੁੜੀਆਂ ਨੂੰ ਨਾਲ ਲੈ ਕੇ ਮੇਰੇ ਕੋਲ ਆਉਂਦੀ ਹੈ ਅਤੇ ਉਹਨਾਂ ਨੂੰ ਮੈਨੂੰ ਤਿਆਰ ਕਰਨ ਲਈ ਕਹਿੰਦੀ ਹੈ। ਉਹ ਮੈਨੂੰ ਜ਼ਬਰਦਸਤੀ ਤਿਆਰ ਕਰਦੀਆਂ ਹਨ। ਮੈਨੂੰ ਧਮਕੀ ਦਿੱਤੀ ਕਿ ਜੇਕਰ ਮੈਂ ਉਲਟਾ ਸਿੱਧਾ ਕੀਤਾ ਤਾਂ ਮੈਨੂੰ ਮਾਰ ਦਿੱਤਾ ਜਾਵੇਗਾ। ਉਹ ਕਹਿੰਦੀ, ਮੈਂ ਤੇਰੇ ਉੱਪਰ ਪੈਸੇ ਖਰਚ ਕੀਤੇ ਹਨ, ਇਸ ਲਈ ਹੁਣ ਤੇਰੇ ਕੋਲ ਹੋਰ ਕੋਈ ਚਾਰਾ ਨਹੀਂ ਹੈ, ਤੈਨੂੰ ਸਾਡੀ ਗੱਲ ਮੰਨਣੀ ਹੀ ਪਵੇਗੀ। ਥੋੜੀ ਦੇਰ ਬਾਅਦ ਇੱਕ ਗ੍ਰਾਹਕ ਨੂੰ ਮੇਰੇ ਕਮਰੇ ਵਿੱਚ ਭੇਜ ਦਿੱਤਾ ਜਾਂਦਾ ਹੈ। ਕਮਰੇ ਦਾ ਦਰਵਾਜ਼ਾ ਅੰਦਰ ਤੋਂ ਬੰਦ ਹੋ ਜਾਂਦਾ ਹੈ। ਮੈਨੂੰ ਲੱਗਾ ਕਿ ਹੁਣ ਮੇਰੀ ਜ਼ਿੰਦਗੀ ਖਤਮ ਹੈ, ਕਿਉਂਕਿ ਹੁਣ ਬਚਣ ਦਾ ਕੋਈ ਰਸਤਾ ਨਹੀਂ ਰਹਿ ਗਿਆ ਸੀ ਅਤੇ ਸ਼ਾਇਦ ਹੁਣ ਮੇਰੀ ਇੱਜ਼ਤ ਵੀ ਨਹੀਂ ਬਚੇਗੀ। ਇਹ ਸਭ ਕੁਝ ਸੋਚਦੇ ਹੋਏ ਮੈਂ ਉਸ ਗ੍ਰਾਹਕ ਦੇ ਪੈਰ ਫੜ ਲੈਂਦੀ ਹਾਂ ਜੋ ਮੇਰੇ ਕਮਰੇ ਵਿੱਚ ਆਇਆ ਸੀ। ਮੈਂ ਉਸ ਅੱਗੇ ਹੱਥ ਜੋੜਦੀ ਹਾਂ, ਉਸ ਦੇ ਤਰਲੇ ਮਿੰਨਤਾਂ ਕਰਦੀ ਹਾਂ ਅਤੇ ਆਪਣੇ ਬਾਰੇ ਸਭ ਕੁਝ ਦੱਸਦੀ ਹਾਂ ਕਿ ਮੈਂ ਇਸ ਜਗ੍ਹਾ 'ਤੇ ਕਿਵੇਂ ਪਹੁੰਚੀ। ਮੇਰੀ ਕਿਸਮਤ ਚੰਗੀ ਸੀ ਕਿ ਉਹ ਗ੍ਰਾਹਕ ਨਰਮ ਦਿਲ ਵਾਲਾ ਸੀ। ਮੇਰੀਆਂ ਗੱਲਾਂ ਸੁਣ ਕੇ ਉਸ ਨੂੰ ਮੇਰੇ ਨਾਲ ਹਮਦਰਦੀ ਹੋਈ। ਉਸਨੇ ਕਿਹਾ, ਠੀਕ ਹੈ, ਮੈਂ ਤੇਰੇ ਨਾਲ ਕੁਝ ਨਹੀਂ ਕਰਾਂਗਾ, ਬਲਕਿ ਮੈਨੂੰ ਦੱਸ ਮੈਂ ਤੇਰੀ ਕੀ ਮਦਦ ਕਰ ਸਕਦਾ ਹਾਂ। ਮੈਂ ਕਿਹਾ, ਤੁਸੀਂ ਮੈਨੂੰ ਆਪਣਾ ਮੋਬਾਈਲ ਦੇ ਦਿਓ, ਮੈਂ ਇੱਕ ਫ਼ੋਨ ਕਰਨਾ ਚਾਹੁੰਦੀ ਹਾਂ। ਉਸਨੇ ਮੈਨੂੰ ਆਪਣਾ ਫ਼ੋਨ ਦੇ ਦਿੱਤਾ। ਮੈਂ ਬਿਨਾਂ ਦੇਰ ਕੀਤੇ ਆਪਣੇ ਪਤੀ ਨੂੰ ਫ਼ੋਨ ਮਿਲਾਇਆ ਅਤੇ ਇੱਕ ਦੂਜੇ ਦੀ ਆਵਾਜ਼ ਸੁਣ ਕੇ ਅਸੀਂ ਬਹੁਤ ਰੋਏ। ਮੈਂ ਇੰਨਾ ਟੁੱਟ ਚੁੱਕੀ ਸੀ ਕਿ ਮੇਰੀ ਆਵਾਜ਼ ਮੇਰੇ ਗਲੇ ਵਿੱਚੋਂ ਬਾਹਰ ਹੀ ਨਹੀਂ ਆ ਰਹੀ ਸੀ, ਪਰ ਮੈਂ ਆਪਣੇ ਆਪ ਨੂੰ ਸੰਭਾਲਦੇ ਹੋਏ ਆਪਣੇ ਪਤੀ ਨੂੰ ਸਾਰੀ ਕਹਾਣੀ ਦੱਸੀ। ਮੈਨੂੰ ਇਹ ਤਾਂ ਪਤਾ ਸੀ ਕਿ ਮੈਂ ਰੈੱਡ ਲਾਈਟ ਏਰੀਏ ਵਿੱਚ ਹਾਂ, ਪਰ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਮੈਂ ਕਿਸ ਕੋਠੇ ਵਿੱਚ ਹਾਂ, ਇਸ ਕੋਠੇ ਦਾ ਕੀ ਨੰਬਰ ਹੈ। ਇਹ ਸਭ ਕੁਝ ਦੱਸਣ ਲਈ ਉਸ ਗ੍ਰਾਹਕ ਨੇ ਮੇਰੀ ਮਦਦ ਕੀਤੀ ਅਤੇ ਮੈਂ ਪੂਰਾ ਐਡਰੈਸ ਆਪਣੇ ਪਤੀ ਨੂੰ ਲਿਖਵਾ ਦਿੱਤਾ। ਮੇਰੇ ਪਤੀ ਨੇ ਮੈਨੂੰ ਹੌਸਲਾ ਦਿੱਤਾ ਕਿ ਜਿੱਥੇ ਤੂੰ ਇੰਨਾ ਸਾਹਸ ਰੱਖਿਆ ਹੈ ਥੋੜਾ ਹੋਰ ਰੱਖ, ਮੈਂ ਹੁਣੇ ਆ ਕੇ ਤੈਨੂੰ ਇੱਥੋਂ ਲੈ ਜਾਵਾਂਗਾ। ਫ਼ੋਨ ਕੱਟਣ ਤੋਂ ਬਾਅਦ ਅਮਿਤ ਹੁਣ ਇਸ ਉਲਝਣ ਵਿੱਚ ਸੀ ਕਿ ਕੀ ਕੀਤਾ ਜਾਵੇ। ਉਹ ਸੋਚ ਰਿਹਾ ਸੀ ਕਿ ਜੇਕਰ ਪੁਲਿਸ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਕਿਤੇ ਇਹ ਨਾ ਹੋਵੇ ਕਿ ਇਹ ਖਬਰ ਕੋਠੇ ਤੱਕ ਪਹੁੰਚ ਜਾਵੇ ਅਤੇ ਉਹ ਲੋਕ ਮੈਨੂੰ ਨੁਕਸਾਨ ਪਹੁੰਚਾਉਣ, ਅਤੇ ਜੇਕਰ ਉਸਨੇ ਪੁਲਿਸ ਨੂੰ ਨਾ ਦੱਸਿਆ ਜਾਂ ਫਿਰ ਦੱਸਣ ਵਿੱਚ ਜ਼ਿਆਦਾ ਦੇਰ ਹੋ ਗਈ
ਤਾਂ ਕਿਤੇ ਇਹ ਨਾ ਹੋਵੇ ਕਿ ਕੋਠੇ ਵਾਲੇ ਮੈਨੂੰ ਕਿਸੇ ਹੋਰ ਜਗ੍ਹਾ ਲੈ ਜਾਣ, ਤਾਂ ਫਿਰ ਕੁਝ ਵੀ ਹੱਥ ਨਹੀਂ ਲੱਗੇਗਾ। ਫਿਰ ਅਮਿਤ ਦੇ ਦਿਮਾਗ ਵਿੱਚ ਅਚਾਨਕ ਇੱਕ ਪਲਾਨ ਆਇਆ। ਉਹ ਪੁਲਿਸ ਨੂੰ ਬਿਨਾਂ ਦੱਸੇ ਇਕੱਲਾ ਹੀ ਉਸ ਕੋਠੇ ਤੇ ਪਹੁੰਚ ਜਾਂਦਾ ਹੈ ਜਿੱਥੇ ਮੈਨੂੰ ਰੱਖਿਆ ਗਿਆ ਸੀ। ਉਹ ਇੱਥੇ ਗ੍ਰਾਹਕ ਬਣ ਕੇ ਪਹੁੰਚਿਆ। ਉਸ ਦੇ ਸਾਹਮਣੇ ਇੱਕ ਇੱਕ ਕਰਕੇ ਸਾਰੀ ਕੁੜੀਆਂ ਨੂੰ ਪੇਸ਼ ਕੀਤਾ ਗਿਆ, ਪਰ ਉਹ ਸਭ ਨੂੰ ਰਿਜੈਕਟ ਕਰਦਾ ਜਾ ਰਿਹਾ ਸੀ ਕਿਉਂਕਿ ਉਸ ਦੀਆਂ ਨਜ਼ਰਾਂ ਤਾਂ ਮੈਨੂੰ ਹੀ ਲੱਭ ਰਹੀਆਂ ਸਨ। ਇਸ ਸਭ ਦੇ ਦੌਰਾਨ ਬਹੁਤ ਸਮਾਂ ਗੁਜ਼ਰ ਚੁੱਕਿਆ ਸੀ। ਪਹਿਲਾਂ ਜੋ ਗ੍ਰਾਹਕ ਮੇਰੇ ਕਮਰੇ ਵਿੱਚ ਆਇਆ ਸੀ ਉਹ ਹੁਣ ਜਾ ਚੁੱਕਿਆ ਸੀ। ਮੈਂ ਕਮਰੇ ਵਿੱਚ ਇਕੱਲੀ ਸੀ। ਫਿਰ ਉੱਥੇ ਦੀ ਮਾਲਕਣ ਮੈਨੂੰ ਅਮਿਤ ਦੇ ਸਾਹਮਣੇ ਪੇਸ਼ ਕਰਦੀ ਹੈ। ਅਮਿਤ ਵੀ ਇਸੇ ਉਡੀਕ ਵਿੱਚ ਸੀ ਕਿ ਕਦੋਂ ਮੈਂ ਉਸਦੇ ਸਾਹਮਣੇ ਆਵਾਂ। ਸਾਨੂੰ ਦੋਵਾਂ ਨੂੰ ਕਮਰੇ ਵਿੱਚ ਭੇਜ ਦਿੱਤਾ ਜਾਂਦਾ ਹੈ ਅਤੇ ਦਰਵਾਜ਼ਾ ਬੰਦ ਹੋ ਜਾਂਦਾ ਹੈ। ਪਹਿਲਾਂ ਅਸੀਂ ਦੋਵੇਂ ਬਹੁਤ ਰੋਏ ਕਿਉਂਕਿ ਲਗਭਗ 18 ਦਿਨਾਂ ਬਾਅਦ ਇੱਕ ਪਤੀ ਪਤਨੀ ਦੀ ਮੁਲਾਕਾਤ ਅਜਿਹੇ ਮਾਹੌਲ ਵਿੱਚ ਅਤੇ ਅਜਿਹੀ ਜਗ੍ਹਾ ਤੇ ਹੋ ਰਹੀ ਸੀ। ਹੁਣ ਅਸੀਂ ਇਹ ਸੋਚ ਰਹੇ ਸੀ ਕਿ ਇੱਥੋਂ ਕਿਵੇਂ ਨਿਕਲਿਆ ਜਾ ਸਕਦਾ ਹੈ ਕਿਉਂਕਿ ਅਜਿਹੀਆਂ ਥਾਵਾਂ ਬਹੁਤ ਖਤਰਨਾਕ ਹੁੰਦੀਆਂ ਹਨ। ਫਿਰ ਅਮਿਤ ਨੇ ਕੁਝ ਸੋਚਦੇ ਹੋਏ ਮੁੰਬਈ ਪੁਲਿਸ ਦੇ ਕੰਟਰੋਲ ਰੂਮ ਵਿੱਚ ਫੋਨ ਕੀਤਾ ਅਤੇ ਸਾਰੀ ਕਹਾਣੀ ਦੱਸੀ। ਪੁਲਿਸ ਨੇ ਤੁਰੰਤ ਐਕਸ਼ਨ ਲਿਆ ਅਤੇ ਲੋਕਲ ਪੁਲਿਸ ਨੂੰ ਖਬਰ ਦਿੱਤੀ। ਪੁਲਿਸ ਦੀਆਂ ਗੱਡੀਆਂ ਕੋਠੇ ਤੇ ਪਹੁੰਚ ਜਾਂਦੀਆਂ ਹਨ ਅਤੇ ਕੋਠੇ ਨੂੰ ਘੇਰਾ ਪਾ ਲਿਆ ਜਾਂਦਾ ਹੈ। ਪੁਲਿਸ ਦੀ ਟੀਮ ਹਰ ਕਮਰੇ ਦੀ ਤਲਾਸ਼ੀ ਲੈਂਦੇ ਆਖਰ ਸਾਡੇ ਕਮਰੇ ਤੱਕ ਪਹੁੰਚ ਜਾਂਦੀ ਹੈ। ਸਾਨੂੰ ਦੋਵਾਂ ਨੂੰ ਛੁਡਾ ਲਿਆ ਜਾਂਦਾ ਹੈ। ਚੰਗੀ ਗੱਲ ਇਹ ਸੀ ਕਿ ਮੇਰੇ ਨਾਲ ਹੋਰ ਵੀ ਕਈ ਨਾਬਾਲਗ ਕੁੜੀਆਂ ਨੂੰ ਛੁਡਵਾਇਆ ਗਿਆ ਸੀ ਜਿਨ੍ਹਾਂ ਨੂੰ ਉੱਥੇ ਜ਼ਬਰਦਸਤੀ ਰੱਖਿਆ ਗਿਆ ਸੀ। ਮੈਂ ਕਰੀਬ 18 ਦਿਨਾਂ ਬਾਅਦ ਉਸ ਰੈੱਡ ਲਾਈਟ ਏਰੀਆ ਤੋਂ ਬਾਹਰ ਨਿਕਲੀ ਅਤੇ ਆਪਣੇ ਪਤੀ ਕੋਲ ਵਾਪਸ ਆਈ। ਇਸ ਹਾਦਸੇ ਨੇ ਸਾਡੇ ਦਿਲਾਂ ਵਿੱਚ ਅਜਿਹੀ ਡਰਾਉਣੀ ਛਾਪ ਛੱਡੀ ਕਿ ਅਸੀਂ ਸਾਰੀ ਕਾਰਵਾਈ ਖਤਮ ਹੋਣ ਤੋਂ ਬਾਅਦ ਤੁਰੰਤ ਅਗਲੀ ਟ੍ਰੇਨ ਫੜ ਕੇ ਆਪਣੇ ਘਰ ਵਾਪਸ ਆ ਗਏ। ਮੈਂ ਅੱਜ ਵੀ ਮੁੰਬਈ ਦਾ ਨਾਮ ਸੁਣ ਕੇ ਡਰ ਜਾਂਦੀ ਹਾਂ। ਇਹ ਹਾਦਸਾ ਮੇਰੀ ਜ਼ਿੰਦਗੀ ਦਾ ਇੰਨਾ ਭਿਆਨਕ ਸਮਾਂ ਸੀ ਕਿ ਜਿਸ ਨੂੰ ਮੈਂ ਸਾਰੀ ਜ਼ਿੰਦਗੀ ਚਾਹ ਕੇ ਵੀ ਨਹੀਂ ਭੁੱਲ ਸਕਦੀ। ਉਸ ਕੋਠੇ ਦੀ ਮਾਲਕਣ ਅਤੇ ਉਸ ਦੀ ਅਸਿਸਟੈਂਟ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਕੁਝ ਦੇਰ ਬਾਅਦ ਉਹਨਾਂ ਦੋਵੇਂ ਦਲਾਲਾਂ ਨੂੰ ਵੀ ਪੁਲਿਸ ਨੇ ਫੜ ਲਿਆ ਸੀ। ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਬਾਇੱਜ਼ਤ ਆਪਣੇ ਪਤੀ ਕੋਲ ਵਾਪਸ ਆ ਗਈ ਸੀ ਅਤੇ ਅਸੀਂ ਆਪਣੇ ਪਰਿਵਾਰ ਨਾਲ ਇੱਕ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਾਂ। ਮੈਂ ਤੁਹਾਨੂੰ ਸਭ ਨੂੰ ਇਹ ਸਲਾਹ ਜ਼ਰੂਰ ਦੇਣਾ ਚਾਹੁੰਦੀ ਹਾਂ ਕਿ ਜੇਕਰ ਤੁਸੀਂ ਇਕੱਲੇ ਕਿਤੇ ਬਾਹਰ ਜਾ ਰਹੇ ਹੋ ਤਾਂ ਅਜਨਬੀ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ। ਭਾਵੇਂ ਕੋਈ ਤੁਹਾਨੂੰ ਕਿੰਨਾ ਵੀ ਮਜਬੂਰ ਕਿਉਂ ਨਾ ਕਰੇ, ਪਰ ਕਿਸੇ ਕੋਲੋਂ ਕੋਈ ਵੀ ਖਾਣ ਪੀਣ ਦੀ ਚੀਜ਼ ਨਾ ਲਓ। ਕੀ ਪਤਾ ਕਦੋਂ ਕਿੱਥੇ ਕੀ ਹੋ ਜਾਵੇ। ਅਸੀਂ ਕਿਸੇ ਦੀ ਨੀਅਤ ਬਾਰੇ ਅੰਦਾਜ਼ਾ ਨਹੀਂ ਲਗਾ ਸਕਦੇ। ਮੇਰੀ ਜ਼ਿੰਦਗੀ ਬਚਾਉਣ ਵਿੱਚ ਮੇਰੇ ਪਤੀ ਦਾ ਬਹੁਤ ਵੱਡਾ ਹੱਥ ਸੀ। ਉਹਨਾਂ ਦੀ ਸੂਝ-ਬੂਝ ਸਦਕਾ ਹੀ ਅੱਜ ਮੈਂ ਸੁਰੱਖਿਅਤ ਹਾਂ। ਖੈਰ, ਅੰਤ ਭਲਾ ਤਾਂ ਸਭ ਭਲਾ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।